ਗੁੱਡ ਮਾਰਨਿੰਗ 8th ਕਲਾਸ। ਬੇਟਾ ਸੈਕਿੰਡ ਕੁਐਸਚਨ ਆਪਾਂ ਕੰਪਲੀਟ ਕਰ ਚੁੱਕੇ ਸੀ ਅਤੇ ਉਹਦੇ ਕੁਐਸਚਨ ਆਨਸਰ ਦੀ ਜੋ PDF ਹੈ ਉਹ ਤੁਹਾਨੂੰ ਸੈਂਡ ਕਰ ਦਿੱਤੀ ਜਾਵੇਗੀ। ਉਹ ਤੁਸੀਂ ਲੈਸਨ ਕੰਪਲੀਟ ਕਰ ਲੈਣਾ, ਆਪਣੀ ਫੇਰ ਨੋਟਬੁੱਕ ਤੇ ਰਾਈਟ ਕਰ ਲੈਣਾ। ਸੋ ਅੱਜ ਆਪਾਂ ਸ਼ੁਰੂ ਕਰਦੇ ਹਾਂ ਪਾਠ 3 ਰਾਣੀ ਸਾਹਿਬ ਕੌਰ। ਬਹੁਤ ਹੀ ਵਧੀਆ ਲੈਸਨ ਆ, ਧਿਆਨ ਨਾਲ ਪੜ੍ਹਨਾ ਅਤੇ ਸੁਣਨਾ, ਠੀਕ ਹੈ। ਰਾਣੀ ਸਾਹਿਬ ਕੌਰ ਪੰਜਾਬ ਦੇ ਇਤਿਹਾਸ ਵਿੱਚ ਉਹ ਬਹਾਦਰ ਸ਼ੇਰਨੀ ਹੈ ਜਿਸ ਨੇ ਬਹੁਤ ਮੁਸ਼ਕਿਲ ਸਮੇਂ ਪੰਜਾਬ ਦੀ ਰਿਆਸਤ ਪਟਿਆਲਾ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਇਆ ਸੀ। ਇਹਨਾਂ ਨੇ ਪੰਜਾਬ ਦੀ ਜੋ ਬਹੁਤ ਵੱਡੀ ਰਿਆਸਤ ਪਟਿਆਲਾ ਹੈ ਉਸ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਇਆ ਸੀ। ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਤੋਂ ਪਿੱਛੋਂ ਜਦੋਂ ਉਹਨਾਂ ਦਾ ਸਪੁੱਤਰ ਸਾਹਿਬ ਸਿੰਘ ਗੱਦੀ 'ਤੇ ਬੈਠਾ ਤਾਂ ਉਸ ਦੀ ਉਮਰ ਕੇਵਲ 7 ਸਾਲ ਦੀ ਸੀ। ਸਿੱਟੇ ਵਜੋਂ ਰਿਆਸਤ ਦੀ ਵਾਗਡੋਰ ਇੱਕ ਤੋਂ ਬਾਅਦ ਇੱਕ ਬੜੇ ਚਲਾਕ, ਧੋਖੇਬਾਜ਼ ਅਤੇ ਲੂਣ ਹਰਾਮ ਵਜ਼ੀਰਾਂ ਦੇ ਹੱਥ ਆਉਂਦੀ ਗਈ। ਮਤਲਬ ਉਹ ਵਿਰਾਸਤ ਦੀ ਜੋ ਭਾਗਡੋਰ ਸੀ ਉਹ ਕਿਹਦੇ ਹੱਥਾਂ 'ਚ ਆਉਂਦੀ ਰਹੀ? ਜੋ ਕਿ ਧੋਖੇਬਾਜ਼ ਸਨ, ਉਹਨਾਂ ਦੇ ਹੱਥ ਆਉਂਦੀ ਰਹੀ, ਜਿਸ ਕਾਰਨ ਰਿਆਸਤ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਗਈ, ਮਤਲਬ ਖਰਾਬ ਹੁੰਦੀ ਗਈ। ਮਹਾਰਾਜਾ ਅਮਰ ਸਿੰਘ ਦੀ ਵੱਡੀ ਸਪੁੱਤਰੀ ਬੀਬੀ ਸਾਹਿਬ ਕੌਰ ਫਤਿਹਗੜ੍ਹ ਦੇ ਸਰਦਾਰ ਜੈਮਲ ਨਾਲ ਵਿਆਹੀ ਹੋਈ ਸੀ। ਰਾਣੀ ਸਾਹਿਬ ਕੌਰ ਨੇ ਆਪਣੇ ਪੇਕਿਆਂ ਦੀ ਰਿਆਸਤ ਦਾ ਜਦੋਂ ਇਹ ਹਾਲ ਸੁਣਿਆ ਤਾਂ ਉਸ ਦਾ ਦਿਲ ਕੰਬ ਉੱਠਿਆ। ਉਸ ਵਿੱਚ ਇੱਕ ਚੰਗੇ ਪ੍ਰਬੰਧਕ ਵਾਲੇ ਸਾਰੇ ਗੁਣ ਸਨ ਤੇ ਇਸ ਦੇ ਨਾਲ ਦੇਸ਼ ਪ੍ਰਤੀ ਪ੍ਰੇਮ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਪਟਿਆਲੇ ਨਾਲ ਇੱਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੂਸਰਾ ਕੰਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ। ਇਹਨਾਂ ਖਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ। ਉਸ ਨੇ ਸਾਰੀ ਗੱਲ ਆਪਣੇ ਪਤੀ ਸਰਦਾਰ ਜੈਮਲ ਸਿੰਘ ਨਾਲ ਸਾਂਝੀ ਕੀਤੀ ਅਤੇ ਪਟਿਆਲੇ ਜਾਣ ਦੀ ਆਗਿਆ ਮੰਗੀ। ਜੈਮਲ ਸਿੰਘ ਦੀ ਵੀ ਹਾਲਤ ਤੋਂ ਅਣਜਾਣ ਨਹੀਂ ਸੀ, ਉਹਨਾਂ ਨੂੰ ਵੀ ਉਹਨਾਂ ਬਾਰੇ ਸਭ ਕੁਝ ਪਤਾ ਸੀ। ਉਹ ਅਜਿਹੀ ਸਥਿਤੀ ਵਿੱਚ ਨਾ ਕਰ ਸਕੇ। ਰਾਣੀ ਸਾਹਿਬ ਕੌਰ ਪਟਿਆਲਾ ਆ ਗਏ। ਉਸ ਨੇ ਰਿਆਸਤ ਦੇ ਅਮੀਰਾਂ ਅਤੇ ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠਿਆਂ ਕੀਤਾ, ਰਿਆਸਤ ਦੀ ਸਾਰੀ ਹਾਲਤ ਦੱਸੀ ਅਤੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਹਰ ਇੱਕ ਮਹਿਕਮੇ ਦੀ ਦੇਖਭਾਲ ਆਪਣੀ ਨਿਗਰਾਨੀ ਹੇਠ ਕਰਨੀ ਸ਼ੁਰੂ ਕਰ ਦਿੱਤੀ। ਰਾਜੇ ਨੇ ਸਾਰੇ ਅੰਦਰਲੇ ਪ੍ਰਬੰਧ ਨੂੰ ਠੀਕ ਤਰ੍ਹਾਂ ਸੁਧਾਰਿਆ। ਵੱਡੀ ਖੋਰ ਸਰਦਾਰਾਂ ਨੂੰ ਸਜ਼ਾਵਾਂ ਦਿੱਤੀਆਂ, ਮਤਲਬ ਜੋ ਧੋਖੇਬਾਜ਼ੀ ਕਰਦੇ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। 2 ਸਾਲ ਦੀ ਕਠਿਨ ਮਿਹਨਤ ਦੇ ਪਿੱਛੋਂ ਬੀਬੀ ਸਾਹਿਬ ਕੌਰ ਦੀ ਅਕਲਮੰਦੀ ਤੇ ਬਹਾਦਰੀ ਨਾਲ ਰਿਆਸਤ ਦੇ ਸਾਰੇ ਪ੍ਰਬੰਧ ਠੀਕ ਹੋ ਗਏ। ਕਿੰਨੇ ਟਾਈਮ ਬਾਅਦ? 2 ਸਾਲ ਦੀ ਕਠਿਨ 2 ਸਾਲਾਂ ਤੋਂ ਬਾਅਦ। ਪਰ ਇਸੇ ਸਮੇਂ ਜੀਂਦ ਦੀ ਰਿਆਸਤ ਉੱਤੇ ਅੰਗਰੇਜ਼ ਅਫਸਰ ਟਾਮਸਨ ਨੇ ਹਮਲਾ ਕਰ ਦਿੱਤਾ। ਭਾਵੇਂ ਜੀਂਦ ਦੇ ਮਹਾਰਾਜੇ ਦੀ ਫੌਜ ਨੇ ਮੁਕਾਬਲਾ ਤਾਂ ਬਹੁਤ ਕੀਤਾ, ਪਰ ਟਾਮਸਨ ਦੀ ਫੌਜ ਗਿਣਤੀ ਵਿੱਚ ਵੀ ਜ਼ਿਆਦਾ ਸੀ ਅਤੇ ਸਿੱਖੀ ਹੋਈ ਵੀ ਸੀ। ਬੀਬੀ ਸਾਹਿਬ ਕੌਰ ਨੂੰ ਜਦੋਂ ਸਿੱਖ ਰਿਆਸਤ ਜੀਂਦ ਦੇ ਖੁੱਸ ਜਾਣ ਦੀ ਖਬਰ ਮਿਲੀ ਤਾਂ ਉਸ ਦਾ ਖੂਨ ਖੌਲ ਉੱਠਿਆ। ਉਸ ਨੇ ਉਸੇ ਸਮੇਂ ਆਪਣੇ ਫੌਜੀ ਅਫਸਰਾਂ ਨੂੰ ਬੁਲਾਇਆ ਅਤੇ ਫੌਜ ਤਿਆਰ ਕਰਕੇ ਭਾਰੀ ਲਸ਼ਕਰ ਲੈ ਕੇ ਆਪ ਜੀਂਦ ਪਹੁੰਚੀ। ਟਾਮਸਨ ਆਪਣੇ ਵੱਲੋਂ ਜੀਂਦ ਨੂੰ ਲਗਭਗ ਜਿੱਤ ਚੁੱਕਾ ਸੀ, ਪਰ ਸਾਹਿਬ ਕੌਰ ਨੂੰ ਪਹੁੰਚਦਿਆਂ ਵੇਖ ਕੇ ਉਸ ਦੀ ਸਾਰੀ ਬਣੀ ਬਣਾਈ ਖੇਡ ਵਿਗੜਦੀ ਜਾਪੀ। ਮਤਲਬ ਰਾਣੀ ਸਾਹਿਬ ਕੌਰ ਬਹੁਤ ਹੀ ਬਹਾਦਰ ਸ਼ੇਰਨੀ ਸੀ। ਉਸ ਨੂੰ ਵੇਖਦਿਆਂ ਹੀ ਉਹਨੂੰ ਅਹਿਸਾਸ ਹੋ ਗਿਆ ਕਿ ਹੁਣ ਨਹੀਂ ਮੈਂ ਜਿੱਤ ਸਕਦਾ, ਕਿਉਂਕਿ ਉਹ ਧੋਖੇਧੜੀ ਨਾਲ ਜਿੱਤ ਰਿਹਾ ਸੀ। ਸਾਹਿਬ ਕੌਰ ਦੇ ਹੁਕਮ ਨਾਲ ਉਸ ਦੀ ਫੌਜ ਨੇ ਟਾਮਸਨ ਦੀ ਫੌਜ 'ਤੇ ਹਮਲਾ ਕਰ ਦਿੱਤਾ। ਟਾਮਸਨ ਦੀ ਫੌਜ ਨੂੰ ਭੱਜ ਜਾਣ ਤੋਂ ਬਿਨਾਂ ਕੋਈ ਰਾਹ ਨਾ ਲੱਭਿਆ। 1794 ਦੇ ਸਿਆਲ ਦੀ ਰੁੱਤ ਸੀ। ਰਿਆਸਤ ਦਾ ਕੰਮ ਆਰਾਮ ਨਾਲ ਚੱਲ ਰਿਹਾ ਸੀ। ਫਿਰ ਅਚਾਨਕ ਇੱਕ ਦਿਨ ਹਰਕਾਰਾ ਰਾਜ ਮਹਿਲ ਵਿੱਚ ਆਇਆ। ਉਸ ਨੇ ਆਪਣੀ ਰਾਣੀ ਸਾਹਿਬ ਕੌਰ ਨੂੰ ਦੱਸਿਆ ਕਿ ਅੰਟਾ ਰਾਓ ਮਰਹੱਟੇ ਦਾ ਖਿਆਲ ਪਟਿਆਲੇ ਉੱਤੇ ਅਚਨਚੇਤ ਹਮਲਾ ਕਰਨ ਦਾ ਹੈ। ਕਿਸ ਨੇ ਆਖਿਆ? ਅੰਟਾ ਰਾਓ ਮਰਹੱਟੇ ਦਾ ਖਿਆਲ। ਮਤਲਬ ਕਿਹਨੇ ਦੱਸਿਆ? ਇੱਕ ਹਰਕਾਰੇ ਨੇ ਰਾਜ ਮਹਿਲ ਵਿੱਚ ਆਇਆ ਤੇ ਉਹ ਰਿਆਸਤ ਪਟਿਆਲਾ ਵੱਲ ਵੱਧਦੇ ਆ ਰਹੇ ਹਨ। ਬੀਬੀ ਸਾਹਿਬ ਕੌਰ ਦਾ ਖੂਨ ਉਬਾਲੇ ਖਾਣ ਲੱਗਾ। ਉਸ ਨੇ ਇੱਕ ਸ਼ਾਹੀ ਦਰਬਾਰ ਲਾਇਆ, ਸਾਰੀ ਗੱਲ ਸਰਦਾਰਾਂ ਤੇ ਦਰਬਾਰੀਆਂ ਦੇ ਨਾਲ ਕੀਤੀ ਅਤੇ ਦਰਬਾਰੀਆਂ ਦਾ ਧਿਆਨ ਆਪਣੇ ਵੱਲ ਕਰਦਿਆਂ ਫਰਮਾਇਆ। ਕੀ ਕਿਹਾ ਉਸ ਬੈਠਕ ਦੇ ਵਿੱਚ? ਮੇਰੇ ਪਿਆਰੇ ਭਰਾਵੋ, ਪਹਿਲਾਂ ਵੀ ਨਾਨੂ ਮੱਲ ਵਜ਼ੀਰ ਦੀਆਂ ਸ਼ਤਰੰਜ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਿਆ ਸੀ। ਰਿਆਸਤ ਪਟਿਆਲਾ ਨੂੰ ਵੇਖ ਕੇ ਉਹਨਾਂ ਦੇ ਮੂੰਹ ਵਿੱਚ ਪਾਣੀ ਭਰ ਆਇਆ। ਇਹੋ ਕਾਰਨ ਹੈ ਕਿ ਉਹ ਨਿੱਤ ਨਵੇਂ ਸੂਰਜ ਪਟਿਆਲਾ ਵੱਲ ਵੱਧਦੇ ਆ ਰਹੇ ਹਨ। ਉਹਨਾਂ ਦੀ ਇਹ ਮਰਜ਼ੀ ਹੈ ਕਿ ਇੱਥੋਂ ਦਾ ਸਾਰਾ ਮਾਲ ਅਸਬਾਬ ਕਾਬੂ ਕਰ ਲੈਣ, ਸਾਡੀ ਸੁਤੰਤਰਤਾ ਖੋਹ ਲੈਣ ਅਤੇ ਇਸ ਰਿਆਸਤ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ ਦਿੱਤਾ ਜਾਵੇ। ਜੇ ਤੁਸੀਂ ਆਪਣੀ ਇੱਜ਼ਤ ਬਚਾਉਣਾ ਚਾਹੁੰਦੇ ਹਾਂ ਤਾਂ ਉਹ ਤੁਹਾਨੂੰ ਇਸ ਦਾ ਮੁੱਲ ਕੁਰਬਾਨੀ ਦੀ ਸ਼ਕਲ ਵਿੱਚ ਦੇਣਾ ਪਵੇਗਾ। ਆਓ ਇਕੱਠੇ ਹੋ ਕੇ ਆਪਣੀ ਇੱਜ਼ਤ ਤੇ ਕੌਮ ਦੀ ਇੱਜ਼ਤ ਲਈ ਆਪਣੀ ਧਰਮ ਯੁੱਧ ਵਿੱਚ ਝੂਜੀਏ। ਇਸ ਸਮੇਂ ਮੇਰਾ ਤਾਂ ਤੁਹਾਡਾ ਸਭ ਦੇ ਇਮਤਿਹਾਨ ਦਾ ਵਕਤ ਹੈ। ਮਤਲਬ ਬਹੁਤ ਹੀ ਕਠਿਨ ਸਮਾਂ ਸੀ ਉਹ। ਸਾਹਿਬ ਕੌਰ ਦਾ ਲੰਮਾ ਭਾਸ਼ਣ ਸੁਣ ਕੇ ਦਰਬਾਰੀਆਂ ਦਾ ਖੂਨ ਖੌਲ ਉੱਠਿਆ।
ਦੇਸ਼ ਪਿਆਰ ਦੇ ਵਲਵਲੇ ਜਾਗ ਉੱਠੇ ਤੇ ਉਹ ਸਭ ਜੰਗ ਲਈ ਤਿਆਰ ਹੋ ਗਏ। ਮਰਦਾਂਪੁਰ ਦੀ ਥਾਂ ਤੇ ਇੱਕ ਪਾਸੇ ਅੰਟਾ ਰਾਓ ਤੇ ਲਛਮਣ ਰਾਓ ਮਰਹੱਟੇ ਸਰਦਾਰਾਂ 30,000 ਤੱਕ ਦੀ ਗਿਣਤੀ ਦੀ ਹਥਿਆਰਬੰਦੀ ਫੌਜ ਲੈ ਕੇ ਆ ਗਏ। ਦੂਜੇ ਪਾਸੇ ਸਾਹਿਬ ਕੌਰ ਦੀ ਫੌਜ ਅਤੇ 7,000 ਦੇਸ਼ ਭਗਤ ਸਿਰ ਤਲੀ ਤੇ ਰੱਖ ਕੇ ਮੈਦਾਨ ਜੰਗ ਵਿੱਚ ਆ ਡਟੇ। ਕਿੰਨਾ ਫਰਕ ਸੀ ਫੌਜ ਦੇ ਵਿੱਚ, ਬਹੁਤ ਜ਼ਿਆਦਾ। ਤਲਵਾਰਾਂ ਮਿਆਨਾਂ ਵਿੱਚੋਂ ਕੱਢਣ ਤੋਂ ਪਹਿਲਾਂ ਸਾਹਿਬ ਕੌਰ ਨੇ ਮਰਹੱਟੇ ਸਰਦਾਰ ਵੱਲ ਹਰਕਾਰਾ ਭੇਜ ਕੇ ਇੱਕ ਸੁਨੇਹਾ ਦਿੱਤਾ ਜੋ ਇਸ ਤਰ੍ਹਾਂ ਸੀ। ਪਟਿਆਲਾ ਇੱਕ ਸਿੱਖ ਰਿਆਸਤ ਹੈ, ਜਿਸ ਦੀ ਇੱਜ਼ਤ ਅਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੀ ਕਿ ਮੈਂ ਬਿਨਾਂ ਕਿਸੇ ਕਾਰਨ ਉਸ ਦੀ ਪ੍ਰਜਾ ਨੂੰ ਤੰਗ ਕੀਤਾ ਜਾਵੇ, ਨਾ ਹੱਕ ਲੁੱਟਿਆ ਪੁੱਟਿਆ ਜਾਵੇ ਅਤੇ ਅਸੀਂ ਚੁੱਪਚਾਪ ਬੈਠੇ ਰਹੀਏ। ਇਸ ਵਕਤ ਤੁਹਾਡੇ ਵਾਸਤੇ ਦੋ ਹੀ ਗੱਲਾਂ ਹਨ ਕਿ ਜਾਂ ਤਾਂ ਤੁਸੀਂ ਆਪਣੀ ਫੌਜ ਵਾਪਸ ਲੈ ਜਾਓ ਜਾਂ ਮੈਦਾਨ ਵਿੱਚ ਨਿੱਤਰ ਕੇ ਦੋ ਹੱਥ ਦਿਖਾਓ ਅਤੇ ਦੇਖੋ। ਹਰਕਾਰੇ ਨੇ ਇਹ ਚਿੱਠੀ ਅੰਟਾ ਰਾਓ ਨੂੰ ਦਿੱਤੀ। ਉਸਨੇ ਪੜ੍ਹ ਕੇ ਲਛਮਣ ਰਾਓ ਦੇ ਹਵਾਲੇ ਕਰ ਦਿੱਤੀ। ਉਹਨਾਂ ਦੋਹਾਂ ਨੂੰ ਪਹਿਲਾਂ ਵਾਂਗ ਨਾਨੂਮਲ ਦੇ ਦਿਵਾਏ ਭਰੋਸਿਆਂ ਤੇ ਯਕੀਨ ਸੀ। ਉਹਨਾਂ ਨੇ ਸੋਚਿਆ ਕਿ ਆਖਰ ਰਿਆਸਤ ਦੀ ਪ੍ਰਬੰਧ ਇੱਕ ਇਸਤਰੀ ਹੀ ਤਾਂ ਹੈ ਨਾ, ਉਹ ਸਾਡੀ ਇੰਨੀ ਫੌਜ ਦਾ ਕਿੱਥੇ ਮੁਕਾਬਲਾ ਕਰ ਸਕਦੀ। ਉਹਨਾਂ ਦੀ ਸੋਚ ਦੇਖੋ, ਬਹੁਤ ਘਟੀਆ ਸੋਚ ਸੀ। ਉਹਨਾਂ ਨੇ ਸੋਚਿਆ ਕਿ ਇੱਕ ਔਰਤ ਨਹੀਂ ਲੜ ਸਕਦੀ। ਮਰਹੱਟੇ ਸਰਦਾਰਾਂ ਨੇ ਜੰਗ ਦਾ ਬਿਗਲ ਵਜਾਉਣ ਦਾ ਹੁਕਮ ਦਿੱਤਾ। ਦੋਹੀਂ ਪਾਸੇ ਤਲਵਾਰਾਂ ਲਿਸ਼ਕੀਆਂ, ਤੀਰਾਂ ਦਾ ਤੀਰਾਂ ਨਾਲ, ਤਲਵਾਰਾਂ ਦਾ ਤਲਵਾਰਾਂ ਨਾਲ, ਸਵਾਰਾਂ ਦਾ ਸਵਾਰਾਂ ਨਾਲ ਮੁਕਾਬਲਾ ਹੋਇਆ। ਤੀਜੇ ਪਹਿਰ ਤੱਕ ਬਹੁਤ ਭਿਆਨਕ ਹਾਲਤ ਹੋ ਗਈ ਸੀ। ਮੈਦਾਨ ਲਾਸ਼ਾਂ ਨਾਲ ਭਰਿਆ ਪਿਆ ਸੀ, ਪਰ ਅਜੇ ਵੀ ਦੋਹਾਂ ਪਾਸਿਓਂ ਤੋਂ ਜੋਸ਼ ਠਾਠਾ ਮਾਰ ਰਿਹਾ ਸੀ। ਦਿਨ ਢਲਣ ਲੱਗਾ। ਅੰਟਾ ਰਾਓ ਨੂੰ ਫੌਜ ਦਾ ਦਿਲ ਟੁੱਟਦਾ ਦਿਸਿਆ। ਉਸਨੇ ਫੌਜ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਹੱਲਾਸ਼ੇਰੀ ਦਿੱਤੀ। ਮਰਦਾਪੁਰ ਦੀ ਭੂਮੀ ਇੱਕ ਵਾਰ ਫਿਰ ਪਰਲੋ ਦਾ ਨਮੂਨਾ ਬਣ ਗਈ। ਇੱਕ ਪਾਸੇ ਮਰਹੱਟੇ ਆਪਣੇ ਨਾਮ ਦੀ ਲਾਜ ਰੱਖਣ ਲਈ ਮਰ ਕੇ ਵੀ ਪਿੱਛੇ ਨਾ ਹਟਣ ਦਾ ਪ੍ਰਣ ਕਰੀ ਬੈਠੇ ਸਨ ਅਤੇ ਦੂਜੇ ਪਾਸੇ ਸਰਦਾਰ ਆਪਣੀ ਕੌਮ ਦੀ ਆਣ ਅਤੇ ਸ਼ਾਨ ਕਾਇਮ ਰੱਖਣ ਲਈ ਸਿਰ ਤਲੀ ਤੇ ਰੱਖ ਕੇ ਲੜ ਰਹੇ ਸਨ। ਚਾਰੇ ਪਾਸੇ ਲੋਥਾਂ ਹੀ ਲੋਥਾਂ ਸਨ, ਮਤਲਬ ਲਾਸ਼ਾਂ ਹੀ ਲਾਸ਼ਾਂ ਸਨ। ਦੋਹਾਂ ਧਿਰਾਂ ਦੀ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ। ਆਖਰ ਸੰਝ ਹੋਣ ਤੇ ਲੜਾਈ ਮੱਠੀ ਪੈ ਗਈ, ਮਤਲਬ ਸ਼ਾਮ ਹੋਣ ਤੇ ਸਾਹਿਬ ਕੌਰ ਨੇ ਸਰਦਾਰਾਂ ਨਾਲ ਸਲਾਹ ਕੀਤੀ ਤੇ ਇੱਕ ਰਾਹ ਦੱਸਿਆ ਕਿ ਹੁਣ ਵੈਰੀ ਥੱਕੇ ਟੁੱਟੇ ਹਨ। ਹੁਣ ਉਹ ਆਪਣੇ ਖੇਮਿਆਂ ਵਿੱਚ ਬੇਸੁਰਤ ਪਏ ਹਨ। ਜੇ ਰਾਤ ਨੂੰ ਛਾਪਾ ਮਾਰਿਆ ਜਾਵੇ ਤਾਂ ਦੁਸ਼ਮਣ ਨਾ ਨੱਸਣ ਜੋਗਾ ਨਾ ਖੜਨ ਜੋਗਾ ਰਹੇਗਾ। ਸਰਦਾਰਾਂ ਨੇ ਇਸ ਸਲਾਹ ਨੂੰ ਸਿਰ ਮੱਥੇ ਮੰਨਿਆ, ਮਤਲਬ ਉਹਨਾਂ ਦੀ ਪੂਰੀ ਮੰਨਦੇ ਸੀਗੇ। ਅੱਧੀ ਰਾਤ ਦਾ ਸਮਾਂ ਸੀ। ਅਚਨਚੇਤ ਨਗਾਰੇ ਤੇ ਚੋਟ ਮਾਰੀ, ਜੈਕਾਰੇ ਬੁਲਾਏ। ਸਾਹਿਬ ਕੌਰ ਦੀ ਫੌਜ ਤੂਫਾਨ ਵਾਂਗ ਵਧੀ ਵੈਰੀਆਂ ਦੇ ਖੇਮਿਆਂ ਵਿੱਚ, ਮਤਲਬ ਉਹਨਾਂ ਦੇ ਜੋ ਤੰਬੂ ਸੀ ਉਹਨਾਂ ਵਿੱਚ ਅੱਧੀ ਰਾਤ ਨੂੰ ਹੋਏ ਇਸ ਅਚਾਨਕ ਹਮਲੇ ਕਾਰਨ ਭਗਦੜ ਮੱਚ ਗਈ। ਮਤਲਬ ਸਾਰੇ ਬੇਸੁਰਤ ਪਏ ਸੀ ਤੇ ਉਹਨਾਂ ਨੂੰ ਕੁਝ ਸੁੱਝਿਆ ਹੀ ਨਹੀਂ ਕਿ ਹੁਣ ਕੀ ਕਰੀਏ। ਉਸ ਦੀ ਫੌਜ ਭੁੱਖੇ ਸ਼ੇਰ ਵਾਂਗ ਗੱਜੀ। 1 ਘੰਟੇ ਦੀ ਲਗਾਤਾਰ ਲੜਾਈ ਨਾਲ ਮਰਹੱਟਿਆਂ ਦੇ ਪੈਰ ਉਖੜ ਗਏ। ਉਹ ਮੈਦਾਨ ਛੱਡ ਕੇ ਨੱਸ ਗਏ। ਜਿੱਤ ਸਾਹਿਬ ਕੌਰ ਦੀ ਹੋਈ। ਦਿਨ ਚੜ੍ਹੇ। ਰਾਣੀ ਸਾਹਿਬ ਕੌਰ ਦੀ ਫੌਜ ਦੇ ਸਿਪਾਹੀ ਰਣਜੀਤ ਨਗਾਰਾ ਵਜਾਉਂਦੇ ਪਟਿਆਲੇ ਪਹੁੰਚੇ। ਸਾਹਿਬ ਕੌਰ ਦੀ ਬਹਾਦਰੀ ਦੀਆਂ ਧੂਮਾਂ ਪੈ ਚੁੱਕੀਆਂ ਸਨ। ਮਤਲਬ ਸਾਰੇ ਹੈਰਾਨ ਸੀ ਕਿ ਇੱਕ ਔਰਤ ਨੇ ਆਪਣੀ ਕੌਮ ਨੂੰ ਬਚਾਇਆ ਹੈ। ਇਸ ਤਰ੍ਹਾਂ ਬਹਾਦਰ ਸਿੰਘਣੀ ਨੇ ਸਿੱਖ ਧਰਮ ਦੀ ਤੇ ਦੇਸ਼ ਦੀ ਇੱਜ਼ਤ ਬਚਾ ਲਈ। ਉਸਨੇ ਮਰਹੱਟਿਆਂ ਨਾਲ ਟੱਕਰ ਲੈ ਕੇ ਇਹ ਸਿੱਧ ਕਰ ਦਿੱਤਾ ਕਿ ਇਸ ਦੇਸ਼ ਤੇ ਇਸ ਕੌਮ ਤੇ ਮਰਦ ਹੀ ਬਹਾਦਰ ਨਹੀਂ, ਸਗੋਂ ਔਰਤਾਂ ਵੀ ਕਿਸੇ ਗੱਲੋਂ ਪਿੱਛੇ ਨਹੀਂ ਹਨ। ਬੀਬੀ ਸਾਹਿਬ ਕੌਰ ਦਾ ਨਾਂ ਪਟਿਆਲੇ ਦੇ ਰਾਜ ਘਰਾਣੇ ਦੀਆਂ ਬਹਾਦਰ ਮਹਾਰਾਣੀਆਂ ਵਿੱਚੋਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਔਰਤ ਵਾਸਤੇ ਕਿਹਾ ਹੈ, ਸੋ ਕੋ ਮੰਦ ਆਖੀਏ ਜਿਤ ਜੰਮੇ ਰਾਜਾਨ, ਕਿ ਔਰਤ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ। ਔਰਤਾਂ ਵੀ ਪੁਰਸ਼ਾਂ ਤੋਂ ਘੱਟ ਨਹੀਂ ਹਨ। ਉਹ ਵੀ ਯੁੱਧ ਵਿੱਚ ਬਰਾਬਰ ਦਾ ਮੁਕਾਬਲਾ ਕਰ ਸਕਦੀਆਂ ਹਨ। ਜਿਸ ਤਰ੍ਹਾਂ ਰਾਣੀ ਸਾਹਿਬ ਕੌਰ ਨੇ ਬਰਾਬਰ ਮੁਕਾਬਲਾ ਕਰਕੇ ਆਪਣੀ ਸਿੱਖ ਕੌਮ ਦੀ ਰੱਖਿਆ ਕੀਤੀ। ਇਸੇ ਲਈ ਉਹਨਾਂ ਦਾ ਨਾਮ ਔਰਤਾਂ ਦੇ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਬੇਟਾ ਇਹ ਤੁਹਾਡਾ ਲੈਸਨ ਕੰਪਲੀਟ ਹੋ ਗਿਆ। ਇਹ ਜੋ 3 ਕੁਐਸਚਨ ਹਨ, ਫਸਟ, ਸੈਕਿੰਡ ਔਰ ਥਰਡ, ਇਹਨਾਂ ਨੂੰ ਬੇਟਾ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ, ਠੀਕ ਹੈ। ਚੰਗੀ ਤਰ੍ਹਾਂ ਇੱਥੋਂ ਤੱਕ ਰੀਡ ਕਰਨਾ ਹੈ, ਓਕੇ। ਇੱਥੋਂ ਤੱਕ ਆਪਣਾ ਵਰਕ ਕੰਪਲੀਟ ਕਰਨਾ, ਮਤਲਬ ਸਿਰਫ ਇਹਨਾਂ ਨੂੰ ਰੀਡ ਹੀ ਕਰਨਾ ਹੈ, ਸਮਝਣਾ ਹੈ। ਬਾਕੀ ਜੋ ਕੁਐਸਚਨ ਆਨਸਰ ਹਨ ਆਪਾਂ ਅਗਲੀ ਕਲਾਸ 'ਚ ਕਰਾਂਗੇ, ਓਕੇ। ਔਰ ਜੇ ਆਹ ਛੋਟੇ ਕੁਐਸਚਨ ਹੈ ਦੇਖੋ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਲੈਸਨ ਦੇ ਵਿੱਚੋਂ ਪੜ੍ਹਨ ਦੀ ਕੋਸ਼ਿਸ਼ ਕਰਿਆ ਜੋ, ਠੀਕ ਹੈ। ਓਕੇ, ਥੈਂਕ ਯੂ, ਹੈਵ ਏ ਨਾਈਸ ਡੇ।